ਉਹ ਲੋਕ ਮੈਰਿਜ ਬਿਊਰੋਜ਼ ਵਾਲੇ ਨੇ ਜਿਹੜੇ ਮੈਰਿਜ ਬਿਊਰੋ ਦਾ ਕੰਮ ਕਰਦੇ ਸੀਗੇ, ਉਹਨਾਂ ਲੱਗਿਆ ਮੈਰਿਜ ਬਿਊਰੋ ਦੇ ਸਾਨੂੰ ਥੋੜੇ ਪੈਸੇ ਘੱਟ ਬਚ ਰਹੇ ਨੇ, ਤੇ ਚਲੋ ਵਾਈ ਨਾਟ ਡੂ ਦਿਸ, ਆਪਾਂ ਆਈਲਟਸ ਵਾਲੇ ਤਰੀਕੇ ਨਾਲ ਬੱਚੇ ਇਕੱਠੇ ਕਰਦੇ ਆ, 4 ਪੈਸੇ ਸਾਨੂੰ ਚੰਗੇ ਬਚਣਗੇ। ਉਹ ਹੌਲੀ ਹੌਲੀ ਟਰੈਵਲ ਏਜੰਟਸ ਵੀ ਬਣ ਗਏ ਨੇ। ਤੁਸੀਂ ਅੱਜ ਦੀ ਡੇਟ ਪੰਜਾਬ ਦੀ ਕੋਈ ਵੀ ਅਖਬਾਰ ਖੋਲ ਕੇ ਦੇਖ ਲਓ, ਮੈਟਰੀਮੋਨੀਅਲ ਵਾਲੇ ਕਾਲਮਸ ਵਿੱਚ 50% ਐਡਵਰਟਾਈਜ਼ਮੈਂਟਸ ਇਹਨਾਂ ਚੀਜ਼ਾਂ ਤੇ ਵੀ ਕੁੜੀ ਦੇ 6 ਬੈਂਡ ਹੈ ਜੀ, ਖਰਚਾ ਕਰਨ ਲਈ ਮੁੰਡਾ ਚਾਹੀਦਾ, ਕੁੜੀ ਨਾਲ ਲੈ ਕੇ ਜਾਏਗੀ। ਐਂਡ ਇਟਸ ਐਨ ਓਪਨ ਸੀਕਰਟ ਵੀ ਭੈਣ ਭਰਾ, ਸਗੇ ਭੈਣ ਭਰਾ ਹਸਬੈਂਡ ਵਾਈਫ ਬਣ ਕੇ ਪੰਜਾਬ ਤੋਂ ਉੱਥੇ ਗਏ ਹੋਏ ਨੇ। ਅੱਜ ਤੋਂ 15-20 ਸਾਲ ਪਹਿਲੇ ਵੀ ਇਹ ਚੀਜ਼ ਚੱਲਦੀ ਰਹੀ ਹੈਗੀ ਹੈ, ਜਦੋਂ ਕੈਨੇਡਾ ਦਾ ਵਿਆਹ ਕਰਾ ਕੇ ਵੀਜ਼ਾ ਜਾਣਾ ਬਹੁਤ ਆਸਾਨ ਹੁੰਦਾ ਸੀਗਾ। ਪੰਜਾਬ ਦੇ ਲੋਕੀ ਮੈਂ ਕਹਾਂਗਾ ਅੱਜ ਦੀ ਡੇਟ ਮਿਹਨਤੀ ਵੀ ਨਹੀਂ ਰਹੇ। I've seen so many boys, शादी का होगी जी, ਅਸੀਂ ਕੈਨੇਡਾ ਜਾਣਾ, ਵੇਟ ਕਰ ਰਹੇ, ਫਾਈਲ ਵਾਲੇ ਸਾਲ लगना, साल भर घर बैठे हैं, ਆਪਾਂ ਕੁਝ ਕਰ ਹੀ ਨਹੀਂ ਰਹੇ। ਇੱਕ ਨਾ ਕਹਾਵਤ ਹੈ ਜੀ, ਗੁਆਂਢੀ ਦਾ ਮੂੰਹ ਲਾਲ ਹੈ ਤਾਂ ਆਪਣਾ ਚਪੇੜਾ ਮਾਰ ਕੇ ਲਾਲ ਨਹੀਂ ਕਰ ਲਈਦਾ। ਉਹ ਸਾਡੇ ਲੋਕ ਨਹੀਂ ਸਮਝ ਪਾਏ ਅੱਜ ਤੱਕ। ਉਹ ਦੇਖਦੇ ਯਾਰ ਉਹ ਫਲਾਣੇ ਦਾ ਬੰਦਾ ਬਾਹਰ ਗਿਆ ਸੀ, ਵਾਪਸ ਆਇਆ ਤੇ ਉਹਦੇ ਏਡੀ ਮੋਟੀ ਚੇਨ ਪਈ, ਉਹਨੇ ਪਲਾਟ ਲੈ ਲਿਆ, ਤੇ ਉੱਥੇ ਤੇ ਸਭ ਕੁਝ ਵੈਰੀ ਈਜ਼ੀ। ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਮਾਮਲੇ ਤੋਂ ਬਾਅਦ ਕਈ ਅਜਿਹੇ ਕੇਸ ਸਾਹਮਣੇ ਆ ਰਹੇ ਨੇ ਜਿਹਦੇ ਵਿੱਚ ਮੁੰਡੇ ਅਤੇ ਕੁੜੀਆਂ ਨੂੰ ਇੰਡੀਆ ਬੈਠੇ ਧੋਖਾ ਮਿਲਿਆ ਏ। ਮੁੰਡੇ ਕਹਿੰਦੇ ਆ ਕਿ ਅਸੀਂ 25-25 30-30 ਲੱਖ ਰੁਪਈਆ ਲਾ ਕੇ ਕੁੜੀਆਂ ਨੂੰ ਬਾਹਰ ਭੇਜਿਆ, ਪਰ ਬਾਹਰ ਜਾ ਕੇ ਉਹ ਕਿਸੇ ਹੋਰ ਮੁੰਡਿਆਂ ਨਾਲ ਰਹਿਣ ਲੱਗ ਗਈਆਂ, ਉਹ ਸਾਨੂੰ ਇੰਡੀਆ ਤੋਂ ਨਹੀਂ ਬੁਲਾ ਰਹੀਆਂ, ਇਹਦੇ ਵਿੱਚ ਇਕੱਲਾ ਕੁੜੀਆਂ ਦਾ ਕਸੂਰ ਆ। ਪਰ ਫੇਸਬੁੱਕ ਦੇ ਉੱਪਰ ਵਿਦਵਾਨਾਂ ਦੀ ਹੋੜ ਲੱਗੀ ਪਈ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮੁੰਡਿਆਂ ਜਾਂ ਕੁੜੀਆਂ ਦਾ ਕਸੂਰ ਕੱਢਣ ਦੇ ਵਿੱਚ ਲੱਗੇ ਹੋਏ ਨੇ। ਪਰ ਅਸਲ ਦੇ ਵਿੱਚ ਕਾਰਨ ਇਸ ਦੇ ਪਿੱਛੇ ਹੈ। ਇੱਕ ਪਿੱਛੇ ਕਾਰਨ ਇਹ ਹੈ ਕਿ ਜਦੋਂ ਅਸੀਂ ਟਰੈਵਲ ਏਜੰਟਾਂ ਦੇ ਟੇਟੇ ਚੜ੍ਹ ਜਾਂਦੇ ਹਾਂ ਤਾਂ ਫਿਰ ਉਹਦੇ ਵਿੱਚ ਅਸੀਂ ਅੰਨੇ ਹੋ ਜਾਂਦੇ ਹਾਂ। ਕਸੂਰ ਤਾਂ ਮੈਂ ਮਾਪਿਓ ਦਾ ਵੀ ਕੱਢੂੰਗਾ, ਬੱਚਿਆਂ ਦਾ ਜ਼ਿਆਦਾ ਹੁੰਦਾ, ਤਾਂ ਸਭ ਤੋਂ ਵੱਧ ਕਸੂਰ ਟਰੈਵਲ ਏਜੰਟਾਂ ਦਾ ਹੁੰਦਾ ਕਿ ਕਿਸ ਤਰੀਕੇ ਨਾਲ ਉਹ ਝਾਂਸਾ ਦੇ ਕੇ ਮੁੰਡੇ ਕੁੜੀਆਂ ਨੂੰ ਕੈਨੇਡਾ ਦੇ ਸੁਪਨੇ ਦਿਖਾ ਕੇ ਕਿਸ ਤਰੀਕੇ ਨਾਲ ਫਿਰ ਨਕਲੀ ਵਿਆਹ ਕਰਵਾਉਂਦੇ ਨੇ, ਵੱਡੇ ਪੈਸੇ ਹਿੰਟਦੇ ਨੇ। ਤਾਂ ਅੱਜ ਮੇਰੇ ਨਾਲ ਸੁਕਾਂਤ ਤ੍ਰਿਵੇਦੀ ਜੀ ਹੈਗੇ ਨੇ, ਤ੍ਰਿਵੇਦੀ ਟਰੈਵਲ ਤੋਂ। ਵੱਡਾ ਤਜਰਬਾ ਇਹਨਾਂ ਦਾ ਹੈਗਾ ਟਰੈਵਲ ਏਜੰਟੀ ਦੇ ਵਿੱਚ, ਤਾਂ ਇਹਨਾਂ ਦੇ ਭਾਈਚਾਰੇ ਬਾਰੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ। ਤਾਂ ਤ੍ਰਿਵੇਦੀ ਸਾਹਿਬ, ਗੁੱਸਾ ਨਾ ਕਰਿਓ ਕਿ ਅੱਜ ਤੁਹਾਡੇ ਹੀ ਭਾਈਚਾਰੇ ਦੇ ਖਿਲਾਫ ਆ ਜੀ, ਜਾਂ ਤੁਹਾਡੇ ਭਾਈਚਾਰੇ ਦੇ ਲਈ ਗੱਲਬਾਤ ਕਰਨੀ ਆ, ਕਿਉਂਕਿ ਮੈਨੂੰ ਐ ਪਰਸਨਲੀ ਲੱਗਦਾ ਕਿ ਸਭ ਤੋਂ ਵੱਡਾ ਕਸੂਰਵਾਰ ਜਿਹੜਾ ਆ ਉਹ ਏਜੰਟ ਹੀ ਹੁੰਦਾ, ਜਦੋਂ ਝੂਠੇ ਸੁਪਨੇ ਦਿਖਾ ਕੇ ਵੱਡੇ ਪੈਸੇ ਹੇਠ ਕੇ ਮੁੰਡੇ ਕੁੜੀਆਂ ਨੂੰ ਰਾਹ ਦਿਖਾਉਂਦਾ ਤੇ ਫਿਰ ਉੱਥੇ ਜਾ ਕੇ ਇਹ ਸਭ ਕੁਝ ਹੁੰਦਾ। ਤੁਸੀਂ ਇਹ ਚੀਜ਼ ਨਾਲ ਸਹਿਮਤ ਹੋ ਕਿ ਕਿਤੇ ਨਾ ਕਿਤੇ, ਸਾਰੇ ਨਹੀਂ, 5 ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਚੰਗੇ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਆ, ਟਰੈਵਲ ਏਜੰਟਾਂ ਦਾ ਕਸੂਰ ਹੈ? ਪਹਿਲਾਂ ਮਨਦੀਪ ਜੀ, ਪਹਿਲਾਂ ਤੇ ਡੇਲੀ ਪੋਸਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਐਂਡ ਧੰਨਵਾਦ ਤੁਹਾਡਾ ਵੀ, ਤੁਸੀਂ ਮੇਰੇ ਕੋਲ ਆਏ ਵੀ ਇਸ ਗੱਲ ਬਾਰੇ ਗੱਲ ਕਰਨ ਲਈ। ਇੱਕ ਲਵਪ੍ਰੀਤ ਨੇ ਬਹੁਤ ਸਾਰੇ ਲੋਕਾਂ ਦੇ ਅੰਦਰ ਦੀ ਜ਼ਮੀਰ ਜਗਾ ਦੇਵੇ ਜੇ ਲਵਪ੍ਰੀਤ ਦੀ ਸੁਈਸਾਈਡ ਜਿਹੜਾ, ਤਾਂ ਮੈਂ ਕਹਿੰਦਾ ਵੀ ਕੁਝ ਭਲਾ ਹੋ ਜਾਏਗਾ। ਤੁਸੀਂ ਇੱਕ ਬਹੁਤ ਨਾਜ਼ੁਕ ਜਿਹਾ ਮੁੱਦਾ ਚੁੱਕਿਆ ਹੈ, ਜਿਹੜਾ ਕਿ ਜਿਹਦੇ ਬਾਰੇ ਗੱਲ ਕਰਨ ਨੂੰ ਵੀ ਬਹੁਤ ਸਾਰੇ ਲੋਕ ਡਰਦੇ ਨੇ ਵੀ ਇਹਦੇ ਬਾਰੇ ਗੱਲ ਨਾ ਹੀ ਕਰੀਏ, ਕੋਈ ਚੀਜ਼ਾਂ ਢੱਕੀਆਂ ਰਹਿਣ ਤੇ ਚੰਗੀਆਂ ਲੱਗਦੀਆਂ ਨੇ। ਬਟ ਮੈਂ ਵੀ ਕੋਸ਼ਿਸ਼ ਕਰਾਂਗਾ, ਖੁੱਲ੍ਹ ਕੇ ਜਵਾਬ ਦੇਵਾਂਗਾ ਤੁਹਾਨੂੰ ਹਰ ਚੀਜ਼ ਦੇ। ਇਹ ਟਰੈਵਲ ਏਜੰਟ ਕੌਣ ਨੇ? ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਕਿਤੇ ਨਾ ਕਿਤੇ ਟਰੈਵਲ ਏਜੰਟ ਹੁੰਦਾ, ਬਟ ਉਹ ਟਰੈਵਲ ਏਜੰਟ ਹੈ ਕੌਣ ਆ? ਉਹ ਟਰੈਵਲ ਏਜੰਟ, ਦੇਖੋ ਮੈਨੂੰ ਅੱਜ 19 ਸਾਲ ਹੋ ਗਏ ਟਰੈਵਲ ਏਜੰਸੀ ਦਾ ਕੰਮ ਕਰਦੇ, ਕੰਸਲਟੈਂਸੀ ਦਾ ਕੰਮ ਕਰਦੇ। ਆਈ ਡੂ ਸਟੂਡੈਂਟ ਵੀਜ਼ਾਸ 19 ਸਾਲ ਤੋਂ, ਅਲੱਗ-ਅਲੱਗ ਕੰਟਰੀਜ਼ ਦਾ, ਆਸਟ੍ਰੇਲੀਆ ਦਾ, ਕੈਨੇਡਾ ਦਾ, ਨਿਊਜ਼ੀਲੈਂਡ ਦਾ, UK ਦਾ, ਸਭ ਕੰਟਰੀਜ਼ ਦੇ ਸਟੂਡੈਂਟ ਵੀਜ਼ਾਸ ਕਰ ਰਹੇ ਹਾਂ। ਹੁਣ ਵਿਆਹ ਕਰਾਉਣ ਵਾਲਾ ਕੰਮ ਕਿੱਥੋਂ ਆ ਗਿਆ ਵਿੱਚ? ਉਹ ਲੋਕ ਕੌਣ ਹੈ? ਇਹਦੇ ਬਾਰੇ ਜਾਣਕਾਰੀ ਇਕੱਠੀ ਕਰਨੀ ਬਹੁਤ ਜ਼ਰੂਰੀ ਹੈ। ਉਹ ਲੋਕ ਮੈਰਿਜ ਬਿਊਰੋਜ਼ ਵਾਲੇ ਨੇ ਜਿਹੜੇ ਮੈਰਿਜ ਬਿਊਰੋ ਦਾ ਕੰਮ ਕਰਦੇ ਸੀਗੇ, ਉਹਨਾਂ ਲੱਗਿਆ ਮੈਰਿਜ ਬਿਊਰੋ ਦੇ ਸਾਨੂੰ ਥੋੜੇ ਪੈਸੇ ਘੱਟ ਬਚ ਰਹੇ ਨੇ, ਤੇ ਚਲੋ ਵਾਈ ਨਾਟ ਡੂ ਦਿਸ, ਆਪਾਂ ਆਈਲਟਸ ਵਾਲੇ ਤਰੀਕੇ ਨਾਲ ਬੱਚੇ ਇਕੱਠੇ ਕਰਦੇ ਹਾਂ, 4 ਪੈਸੇ ਸਾਨੂੰ ਚੰਗੇ ਬਚਣਗੇ। ਉਹ ਹੌਲੀ ਹੌਲੀ ਟਰੈਵਲ ਏਜੰਟਸ ਵੀ ਬਣ ਗਏ ਨੇ। ਸੋ ਇਟ ਇਜ਼ ਦੈਟ ਕਮਿਊਨਿਟੀ ਵਿਚ ਹੈਜ਼ ਬਿਕਮ ਅ ਟਰੈਵਲ ਏਜੰਟ। ਟਰੈਵਲ ਟ੍ਰੇਡ ਨਾਲ ਉਹਨਾਂ ਦਾ ABC XYZ ਕੁਝ ਲੈਣਾ ਦੇਣਾ ਨਹੀਂ ਹੈਗਾ। ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕੈਨੇਡਾ ਦੀ ਰਾਜਧਾਨੀ ਕਿਹੜੀ ਹੈਗੀ ਹੈ, ਕੈਨੇਡਾ 'ਚ ਕੀ ਪੜ੍ਹਾਈ ਦਾ ਸਿਸਟਮ ਹੈਗਾ। ਐਂਡ ਮੋਸਟ ਆਫ ਦੀ ਵੇਜ਼ ਕੀ ਹੁੰਦਾ, ਦੇ ਬਿਕਮ ਸਬ ਏਜੰਟਸ। ਉਹ ਕੇਸ ਲੈ ਕੇ ਕਿਸੇ ਅੱਛੇ ਹੋਰ ਦੂਸਰੇ ਟਰੈਵਲ ਏਜੰਟ ਨੂੰ ਦੇ ਦਿੰਦੇ ਆ। ਉਸ ਬੰਦੇ ਤੋਂ ਪਤਾ ਉਹਦੇ ਕੋਲ ਤੇ ਕੇਸ ਆਇਆ, ਉਹਨੇ ਵੀਜ਼ਾ ਲਗਵਾ ਕੇ ਦਿੱਤਾ, ਅੱਗੇ ਜੋ ਲੈਣ ਦੇਣ ਕਰ ਰਹੇ ਹੋ ਇਹ ਲੋਕ ਕਰ ਰਹੇ ਆ। ਹੁਣ ਇੱਕ ਗੱਲ ਉੱਠੀ ਵੀ ਲਵਪ੍ਰੀਤ ਦੇ ਪੇਰੈਂਟਸ ਨੇ 30 ਲੱਖ ਰੁਪਇਆ ਲਗਾਤਾ। ਕੁੜੀ 1 ਸਾਲ ਮੇਰੇ ਖਿਆਲ ਨਾਲ ਉੱਥੇ, ਸਾਲ ਤੋਂ ਘੱਟ ਹੋਇਆ ਹਲੇ ਉਹਨੂੰ ਪੜ੍ਹਦੀ ਨੂੰ। ਜੇ ਆਪਾਂ ਟੈਕਨੀਕਲੀ ਗੱਲ ਕਰੀਏ ਨਾ ਜੀ, ਤੇ ਕੈਨੇਡਾ ਜਾਣ ਲਈ 15 ਤੋਂ 16 ਲੱਖ ਰੁਪਏ ਦਾ ਖਰਚਾ ਆਉਂਦਾ। 10 ਲੱਖ ਰੁਪਇਆ ਫੀਸ ਜਾਂਦੀ ਹੈ 1 ਸਾਲ ਦੀ, ਕਰੀਬਨ 6 ਲੱਖ ਰੁਪਇਆ GIC ਦੇ ਜਾਂਦਾ, ਜਿਹੜਾ ਸਟੂਡੈਂਟ ਦੇ ਕੋਲ ਉੱਥੇ ਹੀ ਪਿਆ ਉਹਦਾ ਖਰਚਾ ਵਰਚਾ ਚੱਕਣ ਦੇ ਲਈ। 16 ਲੱਖ ਰੁਪਏ ਦਾ ਖਰਚਾ ਆਉਂਦਾ। 30 ਲੱਖ ਕਿਸ ਚੀਜ਼ ਤੇ ਖਰਚ ਹੋਇਆ? ਬਾਕੀ ਮਤਲਬ ਹੋਰ ਕੰਮਾਂ ਤੇ ਖਰਚ ਹੋਇਆ।
ਉਸ ਕਹਾਣੀ ਨੂੰ ਪੂਰਾ ਤਿਆਰ ਕਰਨ ਦੇ, ਸਕ੍ਰਿਪਟ ਨੂੰ ਫਿਲਮ ਬਣਾਉਣ 'ਚ ਖਰਚ ਹੋਇਆ। 5 ਤੋਂ 6 ਲੱਖ ਰੁਪਏ ਤੱਕ ਇਹ ਲੋਕ ਚਾਰਜ ਕਰ ਲੈਂਦੇ ਨੇ ਤੁਹਾਡਾ ਵਿਆਹ ਕਰਵਾਉਣ ਦਾ, ਕੁੜੀ ਲੱਭਣ ਦਾ, ਹੋਰ ਉਹ ਸਾਰੇ ਕੰਮਾਂ ਦਾ। ਇਹਨਾਂ ਨੱਥ ਇੱਥੋਂ ਇਹਨਾਂ ਨੂੰ ਪੈਣੀ ਚਾਹੀਦੀ ਹੈ। ਕੋਈ ਵੀ ਅਖਬਾਰ ਖੋਲ ਲਓ ਅੱਜ ਤੁਸੀਂ। ਅੱਛਾ, ਬੜਾ ਵਧੀਆ ਪੁਆਇੰਟ ਤੁਸੀਂ ਦੱਸਿਆ ਕਿ ਇਹ ਪੈਕੇਜ ਕਰਦੇ ਆ। ਬਾਹਰ ਭੇਜਣ ਦਾ ਪੈਕੇਜ ਸੁਣਿਆ ਸੀਗਾ, ਕੁੜੀ ਲੱਭ ਕੇ ਵਿਆਹ ਕਰਵਾਉਣ ਦਾ ਪੈਕੇਜ ਵੀ ਹੁੰਦਾ ਹੈ। ਮਨਦੀਪ ਜੀ, ਤੁਸੀਂ ਅੱਜ ਦੀ ਡੇਟ ਪੰਜਾਬ ਦੀ ਕੋਈ ਵੀ ਅਖਬਾਰ ਖੋਲ ਕੇ ਦੇਖ ਲਓ, ਮੈਟਰੀਮੋਨੀਅਲ ਵਾਲੇ ਕਾਲਮਸ ਵਿੱਚ 50% ਐਡਵਰਟਾਈਜ਼ਮੈਂਟਸ ਇਹਨਾਂ ਚੀਜ਼ਾਂ ਦੇ, ਵੀ ਕੁੜੀ ਦੇ 6 ਬੈਂਡ ਹੈ ਜੀ, ਖਰਚਾ ਕਰਨ ਲਈ ਮੁੰਡਾ ਚਾਹੀਦਾ, ਕੁੜੀ ਨਾਲ ਲੈ ਕੇ ਜਾਏਗੀ। 6.5 ਬੈਂਡ ਹੈ ਜੀ, ਸਾਲ ਦੀ ਫੀਸ ਦੇਣ ਵਾਲਾ ਮੁੰਡਾ ਚਾਹੀਦਾ। ਤੇ ਇੰਨੇ ਬਲੰਟ ਹੋ ਚੁੱਕੇ हैं सब लोग ਵੀ ਕੋਈ ਸ਼ਰਮ ਹੀ ਨਹੀਂ ਹੈਗੀ। ਅੱਛਾ, ਉਹ ਐਡ ਦੇਣ ਵਾਲੇ ਵਾਕਈ ਕੁੜੀ ਵਾਲੇ ਨਹੀਂ ਹੁੰਦੇ? ਉਹ ਆਈ ਡਾਊਟ 95% ਕੇਸਿਸ 'ਚ ਕੁੜੀ ਵਾਲੇ ਖੁਦ ਹੀ ਨੇ। ਕੌਣ ਆਪਣੀ ਬੱਚੀ ਵਾਸਤੇ ਇਸ ਤਰ੍ਹਾਂ ਦਾ ਐਡ ਦੇਗਾ? ਕੋਈ ਵੀ ਮਾਪਿਓ, ਐਟਲੀਸਟ ਪੰਜਾਬ ਵਾਲੇ ਮਾਪਿਓ ਆਪਣੇ ਬੱਚੇ ਵਾਸਤੇ ਇਦਾਂ ਦਾ ਐਡ ਨਹੀਂ ਦੇਣਗੇ। ਉਹ ਮੈਰਿਜ ਬਿਊਰੋ ਵਾਲੇ ਹੈਗੇ ਆ, ਕਿਉਂਕਿ ਇਹ ਸਾਰਾ ਕੰਮ ਮਾਪਿਓ ਪਰਦੇ 'ਚ ਕਰਦੇ ਨੇ, ਖੁੱਲ੍ਹੇਆਮ ਨਹੀਂ ਕਰਦੇ। ਈਵਨ ਪੜੋਸੀਆਂ ਤੱਕ ਨੂੰ ਨਹੀਂ ਪਤਾ ਹੁੰਦਾ ਵੀ ਕੁੜੀ ਦਾ ਵਿਆਹ ਹੋ ਗਿਆ ਜਾਂ ਮੁੰਡੇ ਦਾ ਵਿਆਹ ਹੋ ਗਿਆ। ਇਹ ਸਭ ਕੁਝ ਪਰਦੇ ਦੇ ਪਿੱਛੇ ਹੁੰਦਾ। ਜਿਹੜੇ ਵਿਆਹ ਤੇ ਲੋਕਾਂ ਦੀ ਫੋਟੋ ਬਣੀ ਹੁੰਦੀ, ਐਲਬਮ ਬਣੀ ਹੁੰਦੀ, ਉਹ ਸਾਰੇ ਬੰਦੇ ਇਕੱਠੇ ਕੀਤੇ ਹੁੰਦੇ ਮੈਰਿਜ ਬਿਊਰੋ ਵਾਲੇ ਨੇ। ਅੱਛਾ, ਉਹ ਰਿਸ਼ਤੇਦਾਰ ਵੀ ਨਹੀਂ ਹੁੰਦੇ? ਕੋਈ ਰਿਸ਼ਤੇਦਾਰਾਂ ਤੋਂ ਤੇ ਗੱਲ ਕੋਈ ਹੁੰਦੀ ਆ। ਰਿਸ਼ਤੇਦਾਰਾਂ ਤਾਂ ਪਤਾ ਹੀ ਨਹੀਂ, ਕਿ ਪਤਾ ਹੋਵੇ ਤਾਂ ਰਿਸ਼ਤੇਦਾਰ ਨਾ ਸ਼ਿਕਾਇਤ ਕਰ ਦੇਣ। ਸਾਡੇ ਤੋਂ ਸਭ ਤੋਂ ਵੱਡਾ ਡਰ ਤੇ ਹੈ ਹੀ ਰਿਸ਼ਤੇਦਾਰਾਂ ਤੋਂ ਲੋਕਾਂ ਨੂੰ। ਅੱਛਾ, ਮੈਂ ਸਮਝਣਾ ਚਾਹੁੰਦਾ, ਇਹ ਬੜੀ ਵਧੀਆ ਪੁਆਇੰਟ ਤੁਸੀਂ ਸਮਝਣਾ ਚਾਹੁੰਦਾ ਕਿ ਇਹ ਪੈਕੇਜ ਕਿਵੇਂ ਹੁੰਦੇ ਆ। ਕੁੜੀ ਤਾਂ ਚਲੋ ਅਖਬਾਰ ਦੇ ਵਿੱਚ ਉਹ ਮੁੰਡਾ ਜਾਂ ਐਡ ਦੇ ਕੇ ਲੱਭ ਲੈਂਦੇ ਆ, ਪੈਕੇਜ ਕਿੰਨੇ ਦਾ ਹੁੰਦਾ, ਜਾਂ ਉਹਦੇ ਵਿੱਚ ਲੋਕ ਕੌਣ ਹੁੰਦੇ? ਕਿਉਂਕਿ ਅੰਬੈਸੀਆਂ ਕਹਿੰਦੀਆਂ ਕਿ ਸਾਨੂੰ ਰਸ਼ ਚਾਹੀਦਾ ਆ, ਫਿਰ ਉਸ ਤੋਂ ਬਾਅਦ ਸਰ ਨਾਲ ਰਹਿਣ ਦੀਆਂ ਪਿਕਸ ਵੀ ਚਾਹੀਦੀਆਂ ਹੁੰਦੀਆਂ ਨੇ। ਉਹ ਕਹਿੰਦੇ ਵੀ ਤੁਹਾਨੂੰ ਤੁਹਾਡਾ ਹਨੀਮੂਨ ਦੇ ਸਾਨੂੰ ਵੀਡੀਓਜ਼, ਫੋਟੋਜ਼ ਚਾਹੀਦੀਆਂ ਨੇ। ਇਹ ਅਰੇਂਜ ਕਿੱਦਾਂ ਕਰਦੇ ਨੇ ਫਿਰ ਸਭ ਕੁਝ ਏਜੰਟ? ਗੱਲ ਇਹੀ ਹੁੰਦੀ ਨਾ ਮਨਦੀਪ, ਕੰਮ ਫਸਦਾ ਕਦੋਂ ਆ? ਜਦੋਂ ਇਹੋ ਜਿਹੇ ਬੰਦੇ ਨੇ ਕੰਮ ਹੈਂਡਲ ਕੀਤਾ। ਜਦੋਂ ਅਸੀਂ ਫਾਈਲ ਅੰਬੈਸੀ 'ਚ ਲਗਾਉਂਦੇ ਹਾਂ, ਪਹਿਲਾਂ ਤਾਂ ਸਟੂਡੈਂਟ ਵੀਜ਼ਾ ਲੱਗ ਗਿਆ, ਜਦੋਂ ਸਟੂਡੈਂਟ ਨੇ ਜਾਣਾ ਉਹਦੇ ਵਾਸਤੇ ਇਹਨਾਂ ਸਾਰੇ ਜੋ ਡਾਕੂਮੈਂਟਸ ਦੀ ਗੱਲ ਕੀਤੀ, ਇਹਨਾਂ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਤਾਂ ਪੜ੍ਹਨ ਜਾ ਰਿਹਾ ਸਟੂਡੈਂਟ। ਹਾਂ, ਮੈਰਿਜ ਸਰਟੀਫਿਕੇਟ ਉਹਦਾ ਨਾਲ ਲੱਗ ਜਾਂਦਾ ਵੀ ਇਹ ਮੈਰਿਡ ਹੈਗੀ ਹੈ। ਕੱਲ੍ਹ ਨੂੰ ਜਦੋਂ ਉਹਦੇ ਸਪਾਊਸ ਨੇ ਜਾਣਾ ਐਜ਼ ਅ ਡਿਪੈਂਡੈਂਟ, ਉਹ ਲੜਕਾ ਜਾਂ ਲੜਕੀ ਕੋਈ ਵੀ ਹੈਗਾ, ਉਹ ਜਾ ਰਿਹਾ ਬਾਅਦ 'ਚੋਂ, ਉਦੋਂ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਵੀ ਤੁਹਾਡਾ ਆਪਸ 'ਚ ਕੀ ਕੰਟੈਕਟ ਰਿਹਾ, ਤੁਹਾਡੀਆਂ ਫੋਟੋਗ੍ਰਾਫਸ, ਸ਼ਾਦੀ ਦੀਆਂ ਫੋਟੋਆਂ, ਫੇਰਿਆਂ ਦੀਆਂ ਫੋਟੋਆਂ, ਸ਼ਾਦੀ ਤੋਂ ਬਾਅਦ ਕਿਤੇ ਘੁੰਮਣ ਗਏ ਹੋ ਉਹਦੀਆਂ ਫੋਟੋਆਂ। ਹੁਣ ਜਿਹੜਾ ਤੇ ਅਸਲੀ ਹੈਗਾ ਉਹ ਤੇ ਜੈਨੂਇਨ ਸਭ ਕੁਝ ਹੁੰਦਾ। ਜਿੱਥੇ ਵਰਤਿਆ ਗਿਆ ਹੈਗਾ ਮੈਰਿਜ ਬਿਊਰੋ, ਸਪੈਸ਼ਲੀ ਕੈਨੇਡਾ ਨੂੰ ਲੈ ਕੇ 10 ਚੋਂ 7 ਕੇਸਾਂ 'ਚ ਪ੍ਰੋਬਲਮ ਆਂਦੀ ਹੈ। ਸਿਰਫ 10 ਚੋਂ 3 ਜਿਹੜੇ ਨਿਕਲਦੇ ਆ, 10 ਚੋਂ 7 'ਚ ਇਸ਼ੂਜ਼ ਹੈਗੇ ਆ। ਬੱਚੇ ਲਟਕ ਰਹੇ ਹੈਗੇ, ਮੁੰਡੇ ਲਟਕ ਰਹੇ ਹੈਗੇ ਆ। 1.5 ਸਾਲ ਹੋ ਗਿਆ, ਕਿਸੇ ਨੂੰ 2 ਸਾਲ ਹੋ ਗਏ, ਕੋਈ ਬਾਅਦ 'ਚ ਝਗੜੇ ਕਰਕੇ ਆਪਣੇ ਪੈਸੇ ਵਾਪਸ ਲੈ ਕੇ ਜਾਂਦਾ, ਕੋਈ ਹੋਰ ਕਲੇਸ਼ ਹੁੰਦੇ। ਉਹ ਕਿਉਂਕਿ ਜੈਨੂਇਨਟੀ ਪ੍ਰੂਵ ਕਰਨ ਲਈ ਕੈਨੇਡਾ ਦਾ ਹਿੰਦੁਸਤਾਨ ਦੀ ਪਬਲਿਕ ਨਾਲ, ਸਪੈਸ਼ਲੀ ਪੰਜਾਬ ਦੀ ਪਬਲਿਕ ਨਾਲ ਅੱਜ ਦਾ ਨਾਤਾ ਨਹੀਂ ਹੈ। 150 ਪੌਣੇ 200 ਸਾਲ ਤੋਂ ਪੰਜਾਬ ਦੇ ਲੋਕ ਕੈਨੇਡਾ 'ਚ ਆ ਰਹੇ ਨੇ, ਜਾ ਰਹੇ ਨੇ, ਰਹਿ ਰਹੇ ਨੇ। 5th 6th ਜਨਰੇਸ਼ਨ ਪੰਜਾਬੀਆਂ ਦੀ ਉੱਥੇ ਹੋ ਗਈ ਹੈ। ਐਂਡ ਇਟਸ ਐਨ ਓਪਨ ਸੀਕਰਟ ਵੀ ਭੈਣ ਭਰਾ, ਸਗੇ ਭੈਣ ਭਰਾ, ਹਸਬੈਂਡ ਵਾਈਫ ਬਣ ਕੇ ਪੰਜਾਬ ਤੋਂ ਉੱਥੇ ਗਏ ਹੋਏ ਨੇ। ਅੱਜ ਤੋਂ 15-20 ਸਾਲ ਪਹਿਲੇ ਵੀ ਇਹ ਚੀਜ਼ ਚੱਲਦੀ ਰਹੀ ਹੈਗੀ ਹੈ, ਜਦੋਂ ਕੈਨੇਡਾ ਦਾ ਵਿਆਹ ਕਰਾ ਕੇ ਵੀਜ਼ਾ ਜਾਣਾ ਬਹੁਤ ਆਸਾਨ ਹੁੰਦਾ ਸੀਗਾ। ਹੌਲੀ ਹੌਲੀ ਫੋਕਸ ਆ ਗਿਆ ਸਟੱਡੀਜ਼ ਦੇ ਉੱਪਰ, ਬਿਕੋਜ਼ ਸਟੱਡੀ ਬੇਸ ਦੇ ਉੱਪਰ ਕੰਟਰੀਜ਼ ਨੇ ਦੇਖਿਆ ਵੀ ਸਾਨੂੰ ਪੈਸੇ ਵੀ ਬਚ ਰਹੇ ਨੇ, ਸਟੂਡੈਂਟ ਪੜ੍ਹਨ ਆ ਰਹੇ ਨੇ, ਨਾਲ ਪੈਸੇ ਲੈ ਕੇ ਆ ਰਹੇ ਨੇ, ਦੇ ਸਪੈਂਡਿੰਗ ਗੁੱਡ ਮਨੀ। ਸੋ ਹੌਲੀ ਹੌਲੀ ਫੋਕਸ ਉਧਰ ਆ ਗਿਆ। ਸਭ ਤੋਂ ਪਹਿਲਾਂ ਆਸਟ੍ਰੇਲੀਆ ਨੇ ਸ਼ੁਰੂ ਕੀਤਾ ਸੀ ਜੀ, ਅੱਜ ਤੋਂ ਸਮਝ ਲਓ 2007-8 ਦੇ ਵਿੱਚ। ਆਸਟ੍ਰੇਲੀਆ ਦੇ ਵਿੱਚ ਦੋਨੋਂ ਹਸਬੈਂਡ ਵਾਈਫ ਇਕੱਠੇ, ਪਹਿਲੇ ਅੱਜ ਵੀ ਇਕੱਠੇ ਹੀ ਜਾਂਦੇ ਆ ਉੱਥੇ। ਉਹ ਪਹਿਲਾਂ ਉੱਥੇ ਕੋਈ ਐਸੀ ਬੈਨ ਨਹੀਂ ਸੀਗਾ ਵੀ ਸਟੂਡੈਂਟ ਕੋਈ ਵੀ ਅਪਲਾਈ ਕਰੇ ਉਹਦਾ ਹਸਬੈਂਡ ਨਾਲ ਜਾਏਗਾ। ਹੌਲੀ ਹੌਲੀ ਉਹਨਾਂ ਨੇ ਦੇਖਿਆ ਵੀ ਨਹੀਂ, ਇਹ ਕੰਮ ਠੀਕ ਨਹੀਂ ਹੈਗਾ। ਉਹਨਾਂ ਨੇ ਉਸ 'ਚੋਂ ਫਰਾਡ ਕਈ ਫੜੇ। ਦੈਨ ਦੇ ਇੰਪੋਜ਼ ਸਮ ਰਿਸਟ੍ਰਿਕਸ਼ਨਸ, ਯੂਨੀਵਰਸਿਟੀਜ਼ ਵੱਲੋਂ ਰਿਸਟ੍ਰਿਕਸ਼ਨਸ ਆ ਗਈਆਂ ਵੀ ਘੱਟੋ ਘੱਟ ਬੈਚਲਰਸ ਕੀਤੀ ਹੋਏਗੀ ਤਾਂ ਹੀ ਸਪਾਊਸ ਆਪਣਾ ਤੁਹਾਡਾ ਨਾਲ ਜਾ ਸਕਦਾ। 12ਵੀਂ ਵਾਲੇ ਬੰਦੇ ਨੂੰ ਐਡਮਿਸ਼ਨ ਹੀ ਨਹੀਂ ਦਿੰਦੇ ਜੇ ਸਪਾਊਸ ਨਾਲ ਹੈ। ਜੇ ਕੋਈ ਮੈਰਿਡ ਆ ਕਹਿੰਦਾ ਸਪਾਊਸ ਨੇ ਨਹੀਂ ਜਾਣਾ, ਤਾਂ ਵੀ ਐਡਮਿਸ਼ਨ ਜਲਦੀ ਯੂਨੀਵਰਸਿਟੀਜ਼ ਨਹੀਂ ਦਿੰਦੀਆਂ। ਅੱਛਾ, ਇੱਕ ਗੱਲ ਇਹ ਹੈ ਕਿ ਕੁੜੀ ਆਇਲਸ ਵਾਲੀ ਮਿਲ ਜੇ ਤਾਂ ਨਾ ਤਾਂ ਮੁੰਡੇ ਵਾਲੇ ਜਾਤ ਪਾਤ ਵਹਿੰਦੇ ਆ, ਨਾ ਉਹ ਕੁੜੀ ਵੱਡੀ ਛੋਟੀ ਆ, ਨਾ ਉਹ ਉਮਰ ਦਾ ਲਿਹਾਜ਼ ਕਰਦੇ ਆ, ਕੋਈ ਕੁੜੀ ਵੱਡੀ ਹੁੰਦੀ ਜਾਂ ਮੁੰਡਾ ਛੋਟਾ ਹੁੰਦਾ, ਇਸ ਤਰੀਕੇ ਨਾਲ ਵੀ ਹੋ ਜਾਂਦਾ। ਤਾਂ ਸਾਡੀ ਸੁਸਾਇਟੀ ਦੀਆਂ ਵੈਲਿਊਜ਼, ਉਹ ਵੀ ਖਾਸ ਕਰਕੇ ਪੰਜਾਬ ਦੇ ਵਿੱਚ ਇੰਨੀਆਂ ਕਿਉਂ ਘਟ ਗਈਆਂ? ਲਾਲਚ ਹੈ, ਡਾਲਰ ਦੇਦੇ ਆ, ਕਿ ਜਾਂ ਸਿਰਫ ਇੱਕ ਸੁਪਨਾ ਆ ਕਿ ਕੈਨੇਡਾ ਜਾਣਾ? ਤਿੰਨੋਂ ਚੀਜ਼ਾਂ ਹੈਗੀਆਂ ਜੀ। ਸੁਸਾਇਟੀ ਦੀ ਵੈਲਿਊਜ਼ ਬਹੁਤ ਡਾਊਨ ਆ ਗਈਆਂ, ਡਾਲਰ ਦਿਖਦੇ ਆ, ਸੁਪਨਾ ਹੈਗਾ ਵੀ ਕੈਨੇਡਾ ਜਾਂ ਆਸਟ੍ਰੇਲੀਆ ਜਾਂ UK ਕਿਤੇ ਵੀ ਜਾਣਾ। ਹੁਣ ਇਹਦੇ ਪਿੱਛੇ ਦੇਰ ਆਰ ਪਲੈਂਟੀ ਆਫ ਸੋਸ਼ਲ ਰੀਜ਼ਨਸ। ਪੰਜਾਬ 'ਚ ਇੰਡਸਟਰੀ ਕੋਈ ਨਹੀਂ ਹੈਗੀ, ਜੌਬਸ ਨਹੀਂ ਹੈਗੀਆਂ। ਪੰਜਾਬ ਦੇ ਲੋਕੀ, ਮੈਂ ਕਹਾਂਗਾ ਅੱਜ ਦੀ ਡੇਟ 'ਚ ਮਿਹਨਤੀ ਵੀ ਨਹੀਂ ਰਹੇ। I've seen so many boys, शादी का होगी जी, ਅਸੀਂ ਕੈਨੇਡਾ ਜਾਣਾ, ਵੇਟ ਕਰ ਰਹੇ, ਫਾਈਲ ਨੂੰ ਵਾਲੇ ਸਾਲ ਲੱਗਣਾ, ਸਾਲ ਭਰ ਘਰ ਬੈਠੇ ਆ, ਆਪਾਂ ਕੁਝ ਕਰ ਹੀ ਨਹੀਂ ਰਹੇ। ਸੋ ਕਿਤੇ ਨਾ ਕਿਤੇ ਸਾਡੇ ਬਿਹਾਰ ਚੋਂ, UP ਚੋਂ, MP ਚੋਂ ਲੋਕ ਆ ਕੇ ਇੱਥੇ ਮਿਹਨਤਾਂ ਕਰ ਰਹੇ ਨੇ, ਪੈਸੇ ਬਣਾ ਰਹੇ ਨੇ। ਅੱਜ ਦੀ ਡੇਟ 'ਚ ਮੈਂ ਜੇ ਤੁਹਾਨੂੰ ਦੱਸਾਂ, ਮੇਰੇ ਕੋਲ ਨਾ 2 PN ਆਫਿਸ 'ਚ ਕੰਮ ਕਰਦੇ ਨੇ, ਉਹ ਦੋਨੋਂ ਬਿਹਾਰ ਦੇ ਹੈਗੇ। ਮੇਰੇ ਕੋਲੋਂ ਕੁਝ ਸੈਲਰੀ ਲੈਂਦੇ ਨੇ, 12,000 ਰੁਪਏ ਮੇਰੇ ਕੋਲ ਸੈਲਰੀ ਲੈਂਦੇ ਨੇ।
ਉਸ ਤੋਂ ਇਲਾਵਾ ਸਵੇਰੇ ਔਰ ਸ਼ਾਮ ਨੂੰ ਜਾ ਕੇ ਲੋਕਾਂ ਦੀ ਗੱਡੀਆਂ ਧੋਂਦੇ ਤੇ ਰੁਪਈਆ 50,000 ਮਹੀਨੇ ਦਾ ਬਣਾਉਂਦਾ ਈਚ ਬੰਦਾ। ਸਾਡੇ ਬੰਦੇ ਕੁਝ ਵੀ ਨਹੀਂ, ਜਿਹੜੀ ਸਾਡੇ ਆਪਣੇ ਪੰਜਾਬੀ ਹੈਗੇ ਆ, ਦੇ ਆਰ ਨਾਟ ਡੂਇੰਗ ਨਥਿੰਗ। ਸੋ ਕਿਤੇ ਨਾ ਕਿਤੇ ਸੁਸਾਇਟੀ ਦੀ ਵੈਲਿਊ ਬਹੁਤ ਡਾਊਨ ਹੋਈਆਂ, ਅੰਦਰ ਦੇ ਲਾਲਚ ਵੱਧ ਗਏ ਨੇ ਹੈਗੇ, ਮਿਹਨਤ ਕਰਕੇ ਅਸੀਂ ਰਾਜੀ ਨਹੀਂ ਆ, ਵੀ ਲੁਕਿੰਗ ਫॉर ਸ਼ਾਰਟਕਟਸ। ਅੱਛਾ ਸਰ, ਮੈਂ ਇਹ ਚੀਜ਼ ਸਮਝਣਾ ਚਾਹੁੰਦਾ ਕਿ ਏਜੰਟ ਤਾਂ ਚਲੋ, ਜਾਂ ਤੁਸੀਂ ਮੈਰਿਜ ਬਿਊਰੋ ਵਾਲਿਆਂ ਦੀ ਗੱਲ ਕਰਦੇ ਹੋ, ਉਹ ਤਾਂ ਮੁੰਡੇ ਕੁੜੀਆਂ ਨੂੰ ਸੁਪਨੇ ਦਿਖਾ ਦਿੰਦੇ ਆ, ਮਾਪਿਆਂ ਨੂੰ ਸੁਪਨੇ ਦਿਖਾ ਦਿੰਦੇ ਆ, ਤੇ ਇਹਦੇ ਵਿੱਚ ਕਸੂਰ ਤਾਂ ਫਿਰ ਮੈਂ ਕਹੂੰਗਾ ਮੁੰਡੇ ਕੁੜੀਆਂ ਦਾ ਬਰਾਬਰ, ਤੇ ਮਾਪਿਓ ਦਾ ਵੀ ਓਨਾ ਹੀ ਆ, ਜ਼ਿਆਦਾ ਮਾਪਿਓ ਦਾ ਕਸੂਰ ਹੈਗਾ। ਤਾਂ ਇਹ ਕੀ ਚੀਜ਼ ਇਹਨਾਂ ਨੂੰ ਦਿਖਦੀ ਹੈ ਜਾਂ ਸਤਾਉਂਦੀ ਹੈ ਕਿ ਇਹ ਸਭ ਕੁਝ ਭੁੱਲ ਕੇ ਰਿਸ਼ਤੇਦਾਰੀ ਤੋਂ ਉੱਠ ਕੇ ਇਹ ਆਪਣੇ ਬੱਚਿਆਂ ਦੇ ਪਿੱਛੇ ਜਾਂ ਏਜੰਟ ਦੇ ਪਿੱਛੇ ਲੱਗ ਜਾਂਦੇ? ਦੇਖੋ, ਇੱਕ ਨਾ ਕਹਾਵਤ ਹੈ ਜੀ, ਗੁਆਂਢੀ ਦਾ ਮੂੰਹ ਲਾਲ ਹੈ ਤਾਂ ਆਪਣਾ ਚਪੇੜਾ ਮਾਰ ਕੇ ਲਾਲ ਨਹੀਂ ਕਰ ਲਈਦਾ। ਉਹ ਸਾਡੇ ਲੋਕ ਨਹੀਂ ਸਮਝ ਪਾਏ ਅੱਜ ਤੱਕ। ਉਹ ਦੇਖਦੇ ਯਾਰ ਉਹ ਫਲਾਣੇ ਦਾ ਬੰਦਾ ਬਾਹਰ ਗਿਆ ਸੀ, ਵਾਪਸ ਆਇਆ ਤੇ ਉਹਦੇ ਏਡੀ ਮੋਟੀ ਚੇਨ ਪਈ, ਉਹਨੇ ਪਲਾਟ ਲੈ ਲਿਆ, ਤੇ ਉੱਥੇ ਤੇ ਸਭ ਕੁਝ ਵੈਰੀ ਈਜ਼ੀ, ਬਾਹਰ ਜਾਓ ਬਸ ਪੈਸੇ ਹੀ ਪੈਸੇ ਹੈਗੇ ਆ। ਉਹ ਕਿਤੇ ਨਾ ਕਿਤੇ ਬੱਚਾ ਉਹਨਾਂ ਦਾ ਇਸ ਲਾਇਕ ਨਹੀਂ ਹੁੰਦਾ ਵੀ ਉਹ ਪੜ੍ਹਾਈ ਦੇ ਬੇਸ ਤੇ ਬਾਹਰ ਜਾ ਸਕੇ। ਉਹਦੇ ਜਾਂ ਤੇ ਕਮੀ ਹੁੰਦੀ ਉਹਦੀ ਇੰਗਲਿਸ਼ ਚੋਂ, ਜਾਂ ਇੱਥੋਂ ਪੜ੍ਹਾਈ 'ਚ ਉਹਦੇ ਨੰਬਰ ਨਹੀਂ ਆਏ ਹੁੰਦੇ। ਸੋ ਉਹ ਇੱਕ ਉਹਨਾਂ ਨੂੰ ਤਰੀਕਾ ਲੱਭ ਗਿਆ ਵੀ ਇਹਦਾ ਵਿਆਹ ਕਰ ਦਿਓ ਜੀ, ਵਿਆਹ ਕਰਨ ਦੀ ਵੀ ਲੋੜ ਨਹੀਂ ਹੈ, ਸਿਰਫ ਕੰਟਰੈਕਟ ਕਰ ਲਓ ਤੇ ਨਾਲ ਭੇਜ ਦਿਓ, ਉੱਥੇ ਜਾ ਕੇ ਫਿਰ ਦੇਖ ਲਾਂਗੇ। ਉਹ ਇਸ ਚੋਂ ਇੱਕ ਸਿਲਵਰ ਲਾਈਨਿੰਗ ਜਿਹੜੀ ਹੈ ਵੀ ਚਲੋ ਗਰੀਬ ਘਰਾਂ ਦੀ ਕੁੜੀਆਂ ਦੀ ਪੁੱਛ ਹੋਣ ਲੱਗ ਗਈ। ਜਾਤ ਪਾਤ ਤੁਸੀਂ ਕਿਹਾ ਉਹ ਨਹੀਂ ਦੇਖੀ ਜਾਂਦੀ, ਕੋਈ ਵੀ ਕੁਝ ਵੀ ਨਹੀਂ ਦੇਖਿਆ ਜਾਂਦਾ। ਜਿਹੜਾ ਬੱਚਾ ਕੁੜੀ ਕੋਈ ਹੁਸ਼ਿਆਰ ਹੈਗੀ ਆ, ਉਹਦੀ ਤੇ ਰੱਬ ਨੇ ਸੁਣ ਲਈ। ਪਰ ਇੱਕ ਸੁਸਾਇਟੀ ਸਾਡੀ ਕਿਹੜੇ ਪਾਸੇ ਨੂੰ ਤੁਰ ਪਈ ਵੀ ਪੈਸੇ ਲਈ ਪੈਸਾ ਪ੍ਰਦਾਨ ਹੋ ਗਿਆ ਹਰ ਚੀਜ਼ ਦਾ, ਹਰ ਚੀਜ਼ ਲਈ ਰਿਲੇਸ਼ਨ ਕੁਝ ਨਹੀਂ ਰਹੇ, ਕੁਝ ਤੁਹਾਡਾ ਧਰਮ ਕੁਝ ਨਹੀਂ ਰਿਹਾ। ਇੱਕ ਮੰਦਿਰ ਗੁਰਦੁਆਰੇ ਜਾ ਕੇ ਆਪਾਂ ਝੂਠ ਬੋਲ ਰਹੇ ਹਾਂ, ਉੱਥੇ ਨਕਲੀ ਫੇਰੇ ਲੈ ਰਹੇ ਹਾਂ। ਕੀ ਵੈਲਿਊ ਹੈ ਸਾਡੀ? ਕਿੱਥੇ ਆਪਾਂ ਖੜੇ ਹਾਂ ਅੱਜ? ਕਿਸ ਪਾਸੇ ਨੂੰ ਤੁਰੇ ਹੋਏ ਆ? ਔਰ ਇਸ ਚੀਜ਼ ਨੂੰ ਅਸੀਂ ਆਪਣੇ ਇੱਥੇ ਕਹਿੰਦੇ ਨਾ, ਸਾਡੇ ਅਸੀਂ ਬਹੁਤ ਧਾਰਮਿਕ ਹੈਗੇ ਆ, ਅਸੀਂ ਰੱਬ ਨੂੰ ਬਹੁਤ ਮੰਨਣ ਵਾਲੇ ਆ। ਰੱਬ ਸਾਡਾ ਇਹ ਤੇ ਨਹੀਂ ਸਿਖਾਉਂਦਾ ਵੀ ਤੁਸੀਂ ਝੂਠੇ ਵਿਆਹ ਕਰੋ, ਝੂਠ ਬੋਲੋ। ਅੱਛਾ, ਚੇਂਜ ਲੱਗਦਾ ਕੁਝ ਆਊਗਾ? ਕਿਉਂਕਿ ਮੈਂ ਸੋਸ਼ਲ ਮੀਡੀਆ, ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰਾ ਭਰਿਆ ਦੇਖਦਾ, ਉੱਤੇ ਥੱਲੇ ਕਮੈਂਟ ਆ, ਉੱਤੇ ਕਹਾਣੀਆਂ ਚੱਲ ਰਹੀਆਂ ਨੇ, ਮੁੰਡੇ ਕੁੜੀਆਂ ਆਪਣੀ ਉਹ ਦੱਸ ਰਹੇ ਨੇ ਸਾਰੀਆਂ। ਚੇਂਜ ਲੱਗਦਾ ਕੁਝ ਆਊਗਾ? ਮੈਨੂੰ ਬਹੁਤ ਜ਼ਿਆਦਾ ਉਮੀਦ ਨਹੀਂ ਹੈ ਜੀ ਚੇਂਜ ਆਉਣ ਦੀ। ਸਹੀ ਪੁੱਛੋ ਤੇ ਮੈਂ ਆਈ ਐਮ ਸੌਰੀ ਟੂ ਸੇ ਦੈਟ ਵੀ ਮੈਂ ਮਾੜੀ ਗੱਲ ਕਰ ਰਿਹਾ, ਬਟ ਮੈਨੂੰ ਨਹੀਂ ਲੱਗਦਾ ਕੋਈ ਚੇਂਜ ਆਏਗਾ। ਸਾਡੀ ਸੁਸਾਇਟੀ ਦਿਨਾਂ 'ਚ ਭੁੱਲ ਜਾਂਦੀ ਹੈ, ਨੇਤਾ ਵਾਅਦਾ ਕਰਕੇ ਜਾਂਦੇ ਆ, 4 ਮਹੀਨੇ ਬਾਅਦ ਲੋਕੀ ਭੁੱਲ ਜਾਂਦੇ ਆ। ਤਾਂ ਸਾਡੀ ਭੁੱਲਣ ਦੀ ਆਦਤ ਬਹੁਤ ਮਾੜੀ ਹੈਗੀ ਆ। ਮੈਂ ਇੱਕ ਜਗ੍ਹਾ ਗੱਲ ਵੀ ਸੁਣੀ ਬੜੀ, ਉਹ ਵੀ ਵਧੀਆ ਲੱਗੀ, ਕਿ ਜਿਹੜੇ ਥੱਲੇ ਕਮੈਂਟ ਕਰਦੇ ਆ ਉਹਨਾਂ ਨੇ ਜਾਣਾ ਸਭ ਤੋਂ, ਅੱਜ ਉਹਨਾਂ ਨੂੰ ਮੌਕਾ ਮਿਲੇ, ਉਹਨਾਂ ਦੇ ਘਰਦਿਆਂ ਨੂੰ ਮੌਕਾ ਮਿਲੇ, ਮਿੰਟ ਤੋਂ ਪਹਿਲਾਂ ਕਰਨਗੇ। ਲਵਪ੍ਰੀਤ ਦਾ ਜਿਹੜੇ ਪਿੰਡ ਦੇ ਜਿਹੜੇ ਵਿਚਾਰੇ ਦਾ ਕੰਮ ਹੋਇਆ, ਉਸ ਪਿੰਡ ਦੇ ਲੋਕੀ ਜਿਹੜਾ ਹਟ ਜਾਣਗੇ? ਨਹੀਂ ਹਟਣਗੇ। ਦੇ ਵਿਲ ਡੂ ਇਟ। ਉਹ ਕਹਿਣਗੇ ਅੱਛਾ ਕੋਈ ਨਹੀਂ ਜੀ, ਇੱਕ ਐਗਰੀਮੈਂਟ ਨਾਲ ਪੱਕਾ ਲਿਖ ਲਓ, ਹੋਰ ਕੰਮ ਨੂੰ ਪੱਕਾ ਕਰ ਲਓ। ਇਹ ਨਹੀਂ ਕਹਿਣਗੇ ਵੀ ਹਾਂ ਸਾਡੇ ਮੁੰਡੇ ਮਿਹਨਤ ਕਰ ਲੈਣ, ਮੁੰਡੇ ਪੜ੍ਹ ਲੈਣ, ਜਾਂ ਇਸ ਕੰਮ ਨੂੰ ਅਸੀਂ ਨਹੀਂ ਕਰਨਾ, ਸ਼ਾਦੀ ਅਸਲੀ ਕਰਨੀ ਹੈ। ਦੇਖੋ, ਡਿਊਰਿੰਗ ਦਾ ਕੋਰਸ ਆਫ ਬਿਜ਼ਨਸ ਸਾਡੇ ਕੋਲ ਵੀ ਲੋਕ ਆਉਂਦੇ ਨੇ, ਦੇਖ ਕੇ ਗੱਲ ਕਰਕੇ ਪਤਾ ਲੱਗ ਜਾਂਦਾ ਵੀ ਹਾਂ ਤੁਹਾਡੀ ਸ਼ਾਦੀ ਜੈਨੂਇਨ ਨਹੀਂ ਹੈ। ਮੈਂ ਬਿਲਕੁਲ, ਮੈਂ ਜੇ ਕਹਾਂਗਾ ਤੇ ਆਪਣੇ ਆਪ ਨਾਲ ਝੂਠ ਬੋਲਾਂਗਾ ਵੀ ਨਹੀਂ ਪਤਾ ਲੱਗਦਾ ਜੀ, ਸਾਡੇ ਨਾਲ ਲੋਕ ਧੋਖਾ ਕਰ ਜਾਂਦੇ, ਪਤਾ ਲੱਗ ਜਾਂਦਾ ਵੀ ਯਾਰ ਤੁਹਾਡੀ ਸ਼ਾਦੀ ਜੈਨੂਇਨ ਨਹੀਂ ਹੈਗੀ ਆ। ਉਸ ਵੇਲੇ ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾ ਲਓ, ਜੇ ਉਹਨਾਂ ਮੈਂ ਕਹਿੰਦਾ ਨਹੀਂ ਮੈਂ ਨਹੀਂ ਕਰਾਂਗਾ, ਉਹਨਾਂ ਕੋਲ 50 ਘਰ ਹੋਰ ਖੜੇ, ਹੋਰ ਕੋਈ ਕਰ ਦੇਗਾ? ਕੋਈ ਨੋਬਡੀ, ਪੀਪਲ ਆਰ ਨਾਟ ਬੋਦਰਡ ਅਬਾਊਟ ਇਟ ਵੀ ਤੇਰੀ ਅਸਲੀ ਕਿ ਨਕਲੀ ਹੋ। ਤਾਂ ਮੈਨੂੰ ਤੇ ਆਪਣੇ ਪੈਸੇ ਚਾਹੀਦੇ ਵੀ ਦਿਓ, ਤੁਸੀਂ ਜਾਓ ਜੋ ਮਰਜ਼ੀ ਕਰੋ, ਕਰਕੇ ਆਏ ਆਪੇ ਤੁਸੀਂ ਭੁਗਤੋਗੇ। ਬਟ ਕਿਤੇ ਨਾ ਕਿਤੇ ਮੈਂ ਆਪਣੀ ਕਮਿਊਨਿਟੀ ਨੂੰ ਵੀ ਦੇਖੋ, ਆਈ ਐਮ ਚੇਅਰਮੈਨ ਆਫ ਸਾਕਾ, ਸਾਡੀ ਐਸੋਸੀਏਸ਼ਨ ਹੈਗੀ ਸਟੱਡੀ ਅਬਰੋਡ ਕੰਸਲਟੈਂਟਸ ਐਸੋਸੀਏਸ਼ਨ। ਉਹ ਕਰੀਬਨ 150 ਮੈਂਬਰ ਪੰਜਾਬ 'ਚੋਂ ਹੈ, ਹਰਿਆਣੇ 'ਚੋਂ ਹੈ, ਦਿੱਲੀ 'ਚੋਂ ਹੈਗੇ ਆ। ਸਾਡਾ ਵੀ ਫੋਕਸ ਇਹੀ ਹੈ ਵੀ ਸਾਡੇ ਟ੍ਰੇਡ ਨਾਲ ਜੁੜੀਆਂ ਜਿਹੜੀਆਂ ਕੁਰੀਤੀਆਂ ਹੈਗੀਆਂ, ਅਸੀਂ ਉਹਨੂੰ ਖਤਮ ਕਰਨਾ ਚਾਹੁੰਦੇ ਹਾਂ, ਉਹਨੂੰ ਮਿਨੀਮਾਈਜ਼ ਕਰਨਾ ਚਾਹੁੰਦੇ ਹਾਂ। ਇਹਦੇ ਵਿੱਚ ਕਿਹਾ ਜਾਂਦਾ ਕਿ ਜਿਵੇਂ ਕੁੜੀ ਨੂੰ ਡਿਪੋਰਟ ਕਰਾਉਣਾ, ਮੈਂ ਮੁੰਡੇ ਦੀ ਵੀ ਗੱਲ ਕਰੂੰ, ਪਿੱਛੇ ਜੇ ਮੁੰਡਿਆਂ ਦੇ ਬੜੇ ਕੇਸ ਆਏ, ਮੁੰਡਿਆਂ ਨੇ ਧੋਖੇ ਕੀਤੇ, ਕੁੜੀਆਂ ਇੱਥੇ ਰੁਲਦੀਆਂ ਪਈਆਂ ਨੇ। ਜਿਵੇਂ ਮੈਂ ਤੁਹਾਡੀ ਜਿਹੜੀ ਸੰਸਥਾ ਹੈ ਸਾਕਾ, ਉਹਨੂੰ ਵੀ ਨੇੜਿਓਂ ਮੈਂ ਵਾਚ ਕਰਦਾ ਉਹਨੂੰ, ਕਿ ਇਸ ਤਰੀਕੇ ਨਾਲ ਕੁੜੀ ਜਾਂ ਮੁੰਡਾ ਜਿਹਨੇ ਧੋਖਾ ਕੀਤਾ, ਡਿਪੋਰਟ ਕੀਤਾ ਜਾ ਸਕਦਾ ਉਹਨੂੰ? ਇਟ ਡਿਪੈਂਡਸ ਜੀ। ਜੇ ਇੱਥੋਂ ਕੋਈ ਨਕਲੀ ਡਾਕੂਮੈਂਟ ਲਗਾ ਕੇ ਉਹ ਕੁੜੀ ਜਾਂ ਮੁੰਡਾ ਗਏ ਨੇ ਤੇ ਯੈਸ ਦੇ ਕੈਨ ਬੀ ਡਿਪੋਰਟਡ। ਬਟ ਜੇ ਕੋਈ ਡਾਕੂਮੈਂਟ ਨਕਲੀ ਨਹੀਂ ਹੈਗੇ ਆ, ਹੁਣ ਇਸ ਕੇਸ ਵਿੱਚ ਕੀ ਹੈ, ਸਪੋਜ਼ ਆਪਾਂ ਲਵਪ੍ਰੀਤ ਵਾਲੇ ਕੇਸ ਦੀ ਇਹ ਗੱਲ ਕਰਦੇ ਹਾਂ, ਕੁੜੀ ਨੇ ਡਾਕੂਮੈਂਟਸ ਕੀ ਲਗਾਏ ਹੋਣੇ ਆਪਣੇ ਅਕੈਡਮਿਕਸ, ਆਪਣਾ ਆਇਲਟਸ, ਮੈਰਿਜ ਸਰਟੀਫਿਕੇਟ, ਪਾਸਪੋਰਟ, ਤੇ ਜਿਹੜਾ GIC ਦਾ ਖਾਤਾ ਖੋਲਿਆ, ਉਹ ਤਾਂ ਸਭ ਕੁਝ ਜੈਨੂਇਨ ਹੈ। ਮੈਰਿਜ ਸਰਟੀਫਿਕੇਟ ਗਵਰਨਮੈਂਟ ਤੋਂ ਵੈਰੀਫਾਈ ਕਰ ਲਓ, ਜੈਨੂਇਨ ਹੈ, ਕੁਝ ਫੇਕ ਹੈ ਹੀ ਨਹੀਂ ਉਹਦੇ ਵਿੱਚ। ਫੇਕ ਤੇ ਆਪਸ ਦਾ ਅਰੇਂਜਮੈਂਟ ਹੈ। ਉਹ ਦੋ ਘਰ ਆਪਸ 'ਚ ਬੈਠ ਕੇ ਕੀ ਕਰ ਰਹੇ ਆ, ਉਹਦੇ ਨਾਲ ਡਿਪੋਰਟੇਸ਼ਨ ਡਿਪਾਰਟਮੈਂਟ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਉਹ ਤਾਂ ਬਾਅਦ ਨਹੀਂ, ਜੋ ਚਲਾ ਜਾਂਦਾ ਤਾਂ ਕਿਸੇ ਨੇ ਆਵਾਜ਼ ਨਹੀਂ ਉਠਾਣੀ ਸੀ। ਹੈਡ ਹੀ ਰੀਚਡ देयर, ਕੋਈ ਆਵਾਜ਼ ਨਹੀਂ ਸੀ ਆਣੀ, ਸਭ ਬੜਾ ਵਧੀਆ ਜੀ। ਇਹ ਤਾਂ ਮੈਨੂੰ ਲੱਗਦਾ ਕਿ ਸਿਰਫ ਮੈਂਟਲੀ ਪ੍ਰੈਸ਼ਰ ਹੋ ਸਕਦਾ, ਉੱਥੇ ਬੈਠੀ ਕੁੜੀ ਦੇ ਉੱਤੇ ਮੈਂਟਲੀ ਪ੍ਰੈਸ਼ਰ ਆ, ਤੇ ਇੱਥੇ ਜਿਹੜਾ ਬੈਠੀ ਫੈਮਿਲੀ ਹੈ ਉਹਦੇ ਤੇ ਮੈਂਟਲੀ ਪ੍ਰੈਸ਼ਰ। ਕਿਤੇ ਨਾ ਕਿਤੇ ਉਹ ਮੈਰਿਜ ਬਿਊਰੋ ਵਾਲਾ ਕਿੱਥੇ, ਉਹਨੂੰ ਵੀ ਲੱਭਣਾ ਚਾਹੀਦਾ, ਜਿੰਨੇ ਉਹਨਾਂ ਦਾ ਵਿਆਹ ਕਰਵਾਇਆ, ਜਿਹੜਾ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ,
ਉਹਨੂੰ ਵੀ ਲੱਭਣਾ ਬਹੁਤ ਜ਼ਰੂਰੀ ਹੈ। ਔਰ ਇੱਕ ਜੇ ਪੰਚਾਇਤਾਂ, ਬਿਕੋਜ਼ ਪੰਚਾਇਤ ਇੱਕ ਐਸਾ ਇੰਸਟੀਟਿਊਸ਼ਨ ਹੈ ਸਾਡੇ ਦੇਸ਼ ਦੇ ਜਿਹੜਾ ਬਹੁਤ ਸਟਰੋਂਗ ਹੈ, ਜਿਹੜਾ ਅਗਰ ਚਾਹੇ ਤੇ, ਕਿਉਂਕਿ ਪੰਜਾਬ ਤੇ ਚੱਲਦਾ ਹੀ ਪਿੰਡਾਂ 'ਚੋਂ ਹੈ। ਜੇ ਪੰਚਾਇਤਾਂ ਇਹ ਧਾਰ ਲੈਣ ਵੀ ਨਹੀਂ ਅਸੀਂ ਆਪਣੇ ਪਿੰਡ ਦੇ 'ਚ ਆਹ ਕੰਮ ਨਹੀਂ ਹੋਣ ਦੇਣਾ, ਦੇ ਕੈਨ ਪਲੇ ਵੈਰੀ ਬਿਗ ਰੋਲ। ਉਸ ਤੋਂ ਇਲਾਵਾ ਸਾਡੇ ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨਸ ਹੈਗੇ ਨੇ, ਮੰਦਰ ਹੈ, ਗੁਰਦੁਆਰੇ ਹੈ, ਡੇਰੇ ਹੈ, ਉੱਥੋਂ ਇਸ ਚੀਜ਼ ਦਾ ਪ੍ਰਚਾਰ ਪ੍ਰਸਾਰ ਹੋਵੇ ਵੀ ਨਹੀਂ, ਇਹ ਕੰਮ ਨਾ ਕਰੋ, ਨਹੀਂ ਹੋਣਾ ਚਾਹੀਦਾ, ਇਹਦੇ ਕੀ ਤੁਹਾਨੂੰ ਕੀ ਪਾਪ ਲੱਗ ਸਕਦੇ, ਇਹਦੇ ਨਾਲ ਤੁਹਾਡਾ ਕੀ ਗਲਤ ਹੋ ਸਕਦਾ, ਇਸ ਚੀਜ਼ ਦਾ ਪ੍ਰਚਾਰ ਹੋਵੇ। ਥੋੜਾ ਗਵਰਨਮੈਂਟ ਵੱਲੋਂ ਵੀ ਇਸ ਚੀਜ਼ ਬਾਰੇ ਇਨਫੋਰਮੇਸ਼ਨ ਜਾਵੇ, ਥੋੜਾ ਲੋਕਾਂ ਦੇ ਜਾਗਰੂਕਤਾ ਫੈਲੇ। ਸਾਡੇ ਵਰਗੇ ਲੋਕ ਤਾਂ ਕਰ ਹੀ ਰਹੇ ਆ, ਵੀ ਆਰ ਡੂਇੰਗ ਇਟ, ਆਵਰ ਐਸੋਸੀਏਸ਼ਨ ਇਜ਼ ਡੂਇੰਗ ਇਟ, ਬਟ ਜੇ ਸਭ ਮਿਲ ਜੁਲ ਕੇ ਕਰਾਂਗੇ ਨਾ ਕਿਤੇ ਲੋਕਾਂ ਦੇ ਦਿਮਾਗ ਤੇ ਅਸਰ ਹੋਣਾ ਜ਼ਰੂਰੀ ਹੈ, ਕਿਉਂਕਿ ਇਹ ਚੀਜ਼ ਹੈ ਹੀ ਇੱਥੋਂ, ਦਿਮਾਗ ਤੋਂ ਹੈ। ਵੀ ਸਾਡੇ ਦਿਮਾਗ ਦੇ ਵਿੱਚ ਖੁਰਾਫਾਤ ਆਈ ਹੈ, ਨਕਲੀ ਕੰਮ ਕਰੋ ਉੱਥੇ ਜਾਓ, ਈਜ਼ੀ ਹੈ, ਸ਼ਾਰਟਕਟਸ, ਇਸ ਤੋਂ ਥੋੜਾ ਜਿਹਾ ਗੁਰੇਜ਼ ਕਰਕੇ ਇਹੀ ਕੰਮ ਜੇ ਸ਼ਾਦੀਆਂ ਅਸਲੀ ਹੋਣ ਨਾ, ਪ੍ਰੋਬਲਮ 10% ਵੀ ਰਹਿ ਜਾਏਗੀ, 10% ਫਿਰ ਵੀ ਆਏਗੀ। ਦੇਖੋ ਅਸਲੀ ਸ਼ਾਦੀ ਦੇ ਵਿੱਚ ਵੀ ਝਗੜੇ ਹੋ ਜਾਂਦੇ ਆ, ਅਸਲੀ 'ਚ ਵੀ ਹੋ ਜਾਂਦੇ ਨੇ, ਬਟ ਯੂ ਕਾਂਟ ਰੂਲ ਆਊਟ ਦੈਟ। ਅੱਛਾ, ਆਖਰੀ ਸਵਾਲ ਆ ਮੇਰਾ, ਇੱਕ ਤਾਂ ਛੋਟੀ ਉਮਰ ਮੰਨਦੇ ਹੋ ਕਾਰਨ ਕਿ ਛੋਟੀ ਉਮਰ 'ਚ ਵਿਆਹ ਕਰਨੇ, ਤੇ ਜਦੋਂ ਕੁੜੀ ਜਾਂ ਮੁੰਡਾ ਉੱਥੇ ਜਾਂਦਾ ਫਿਰ ਉਹ ਇੱਕ ਤਾਂ ਆਜ਼ਾਦੀ ਉਹੋ ਜਿਹੀ ਮਿਲ ਜਾਂਦੀ ਹੈ, ਇੱਕ ਦੇਸ਼ ਵੱਖਰਾ ਆ, ਉੱਥੇ ਬਹੁਤ ਜ਼ਿਆਦਾ ਓਪਨ ਮਾਈਂਡਡ ਸਭ ਕੁਝ ਆ, ਕੁੜੀ ਜਾਂ ਮੁੰਡੇ ਦਾ ਬਦਲਣ ਦਾ ਕਾਰਨ ਇੱਕ ਛੋਟੀ ਏਜ ਵੀ ਹੈਗਾ। ਦੇਖੋ ਇਹਨੂੰ ਤੁਸੀਂ ਨਾ ਉਸ ਲੜਕੀ ਦੇ ਪਰਸਪੈਕਟਿਵ ਨਾਲ ਦੇਖੋ, ਕੋਈ ਇੱਕ ਲੜਕੀ ਗਈ ਹੈ, ਸ਼ੀ ਇਜ਼ ਓਨਲੀ 20 ਇਅਰਸ, ਇੰਡੀਆ 'ਚ ਉਹ ਥੋੜਾ ਜਿਹਾ ਲੋਅਰ ਮਿਡਲ ਲੈਵਲ ਫੈਮਿਲੀ 'ਚ ਹੈਗੀ ਹੈ, ਇੱਥੇ ਉਹਦੀਆਂ ਇੱਛਾਵਾਂ ਪੂਰੀਆਂ ਨਹੀਂ ਹੋ ਸਕੀਆਂ, ਉਹਦੇ ਪੇਰੈਂਟਸ ਕੋਲ ਉਹਨਾਂ ਪੈਸਾ ਨਹੀਂ ਸੀਗਾ ਵੀ ਉਹਨੂੰ ਅੱਛੇ ਤਰੀਕੇ ਨਾਲ ਲਗਜ਼ਰੀ ਦੇ ਸਕਣ, ਉੱਥੇ ਗਈ ਹੈ, ਇੱਥੋਂ ਪੈਸਾ ਮੁੰਡੇ ਨੇ ਲਗਾ ਦਿੱਤਾ ਕਿਸੇ ਨੇ, ਬਿਕੋਜ਼ ਉਹ ਆਪਣੇ ਪੇਰੈਂਟਸ ਦੇ ਪ੍ਰੈਸ਼ਰ 'ਚ ਆਈ, ਖੁਦ ਉਹਦੀ ਆਪਣੀ ਵੀ ਇੱਛਾ ਸੀ ਮੈਂ ਕਿਸੇ ਤਰੀਕੇ ਇੱਥੋਂ ਨਿਕਲਾਂ, ਬਾਹਰ ਜਾਵਾਂ ਤੇ ਆਪਣੀ ਲਾਈਫ ਜੀਆਂ, ਕੁਝ ਵਧੀਆ ਕਰਾਂ ਲਾਈਫ ਦੇ 'ਚ। ਉੱਥੇ ਜਾ ਕੇ ਉਹਦੇ ਕੋਲ ਕਾਫੀ ਚੀਜ਼ਾਂ ਸਾਹਮਣੇ ਆ ਗਈਆਂ। ਹੁਣ 18, 19, 20, 21 ਸਾਲ ਇੱਕ ਐਸੀ ਉਮਰ ਹੁੰਦੀ ਹੈ, ਕੱਚਾ ਘੜਾ ਬੰਦਾ, ਉੱਥੇ ਕੋਈ ਉਹਨੂੰ ਮਿਲ ਜਾਂਦਾ, ਸਪੋਜ਼ ਸ਼ੀ ਫਾਲਸ ਇਨ ਲਵ ਦੇਅਰ, ਥਿੰਗਸ ਚੇਂਜ, ਦੇ ਚੇਂਜ ਵੈਰੀ ਬੈਡਲੀ। ਅਦਰਵਾਈਜ਼ ਉੱਥੇ ਖਰਾਬ ਕਰਨ ਵਾਲਾ ਕੋਈ ਮਿਲ ਜਾਂਦਾ, ਦੈਨ ਅਗੇਨ ਥਿੰਗਸ ਚੇਂਜ ਵੈਰੀ ਬੈਡਲੀ। ਪਰ ਗੱਲ ਨਾ ਕੱਲੀ ਇੱਥੇ ਨਹੀਂ ਖਤਮ ਹੋ ਜਾਂਦੀ ਮਨਦੀਪ ਜੀ, ਥਿੰਗਸ ਗੋ ਬੈਡ ਜਦੋਂ ਦੋਨੋਂ ਉੱਥੇ ਇਕੱਠੇ ਹੋ ਜਾਂਦੇ ਆ, ਫਿਰ ਵੀ ਬੜਾ ਮਾੜਾ ਕੰਮ ਹੁੰਦਾ। ਦੋਨੋਂ ਅਲੱਗ-ਅਲੱਗ ਰਹਿ ਰਹੇ ਆ, ਜੇ ਇਕੱਠੇ ਰਹਿ ਰਹੇ ਤਾਂ ਉੱਥੇ ਕਈ ਤਰ੍ਹਾਂ ਦੇ ਝਗੜੇ ਕਲੇਸ਼ ਆਪਸ ਫੇਰ ਹੋ ਜਾਂਦੇ ਨੇ। ਸੋ ਉੱਥੇ ਜਾ ਕੇ ਵੀ ਮੈਂ ਕੰਟਰੈਕਟ ਮੈਰਿਜ ਦਾ ਜੇ ਆਪਾਂ ਇੱਕ ਸਕੋਰ ਕਾਰਡ ਬਣਾਈਏ ਨਾ, ਸਕਸੈਸ ਰੇਟ ਵਿਲ ਬੀ ਓਨਲੀ 5 to 10%, 90% ਫੇਲੀਅਰ ਰੇਟ ਆ ਉਹਦਾ। ਇਹਦੇ ਬਾਵਜੂਦ ਕਿਤੇ ਲੋਕ ਹਟਦੇ ਨਹੀਂ, ਕਿਤੇ ਨਹੀਂ। ਕਿੰਨੇ ਫੇਲੀਅਰ ਦੇਖੇ ਹੁੰਦੇ ਉਹਨਾਂ ਲੋਕਾਂ ਨੇ, ਆਪਣੇ ਆਸ-ਪਾਸ ਦੇਖੇ ਹੁੰਦੇ ਵੀ ਇਹਦਾ ਵੀ ਪੈਸਾ ਖਰਾਬ ਹੋ ਗਿਆ, ਇਹਦਾ ਉੱਥੇ ਜਾ ਕੇ ਕੁੜੀ ਨੇ ਵੀਜ਼ਾ ਕੈਂਸਲ ਕਰਾਤਾ, ਇਹਦਾ ਵਾਪਸ ਭੇਜ ਦਿੱਤਾ, ਕੋਈ ਵਾਪਸ ਆ ਗਿਆ, ਸਟਿਲ ਕੋਈ ਕਮੀ ਨਹੀਂ ਆ। ਅੱਜ ਵੀ ਜੇ ਆਪਸ਼ਨ ਮਿਲੇਗੀ, ਐਵਰੀਬਡੀ, ਹਰ ਕੋਈ ਉਹਨੂੰ ਫੜ ਕੇ ਜੋ ਭੱਜ ਕੇ ਫੜੇਗਾ। ਬਿਲਕੁਲ ਇਹੀ ਗੱਲ ਆ। ਤਾਂ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ। ਤਾਂ ਸੁਕਾਂਤ ਤ੍ਰਿਵੇਦੀ ਹੋਣਾ ਨੇ, ਇਹਨਾਂ ਦਾ ਕਾਫੀ ਲੰਬਾ ਤਜਰਬਾ ਆ, 19 ਸਾਲ ਦਾ ਤਜਰਬਾ। ਤਾਂ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਜਦੋਂ ਛੋਟੀ ਉਮਰੇ ਕਰਦੇ ਆ, ਮਾਂ ਪਿਓ ਦਾ ਵੀ ਉਹਨਾਂ ਹੀ ਕਸੂਰ ਹੈ, ਤੇ ਜਦੋਂ ਟਰੈਵਲ ਏਜੰਟਾਂ ਦੇ ਜਿਹੜੇ ਮੈਰਿਜ ਬਿਊਰੋ ਵਾਲੇ ਹੈਗੇ ਨੇ, ਕੰਮ ਟਰੈਵਲ ਏਜੰਟ ਬਣ ਗਏ ਨੇ, ਜਦੋਂ ਉਹਨਾਂ ਦੇ ਧੱਕੇ ਚੜ ਜਾਂਦੇ ਆ ਤਾਂ ਫਿਰ ਵੱਡੇ ਵੀ ਜਿਹੜੇ ਆ ਉਹ ਮਿੱਟੀ ਦੇ ਵਿੱਚ ਮਿਲ ਜਾਂਦੇ ਆ, ਪੈਸੇ ਵੀ ਵਾਧੂ ਲਵਾ ਦਿੰਦੇ ਨੇ ਤਾਂ ਹੱਥ ਵੀ ਕੁਝ ਨਹੀਂ ਆਉਂਦਾ। ਤਾਂ ਦੂਜੇ ਪਾਸੇ ਇਹ ਵੀ ਕਾਰਨ ਹੈ ਕਿ ਤੁਸੀਂ ਫੇਸਬੁੱਕ ਤੇ YouTube ਦੇ ਉੱਤੇ ਕਮੈਂਟ ਕਰਕੇ ਵੀ ਦੇਸ਼ ਨੂੰ ਜਾਂ ਆਪਣੇ ਸਮਾਜ ਨੂੰ ਬਦਲ ਨਹੀਂ ਸਕਦੇ। ਸੋਚ ਨੂੰ ਬਦਲਣਾ ਪਊਗਾ, ਤਾਂ ਹੀ ਅਸੀਂ ਇਸ ਚੀਜ਼ਾਂ ਤੋਂ ਬਚ ਸਕਦੇ ਹਾਂ। ਨਹੀਂ ਤਾਂ ਇਹ ਇਸੇ ਤਰੀਕੇ ਨਾਲ, ਜਿਵੇਂ ਸਾਡੇ ਨਾਲ ਲੀਡਰ ਵਾਅਦੇ ਕਰਕੇ ਜਾਂਦੇ ਆ, ਮਹੀਨੇ ਬਾਅਦ ਅਸੀਂ ਭੁੱਲ ਜਾਂਦੇ ਹਾਂ, ਉਸੇ ਤਰੀਕੇ ਨਾਲ ਬੇਅੰਤ ਕੌਰ ਤੇ ਲਵਪ੍ਰੀਤ ਦਾ ਕੇਸ ਵੀ ਭੁੱਲ ਜਾਵਾਂਗੇ। ਤਾਂ ਫਿਰ ਅਸੀਂ ਉਸੇ ਤਰੀਕੇ ਨਾਲ ਫਿਰ ਏਜੰਟਾਂ ਦੇ ਧੱਕੇ ਚੜ ਜਾਵਾਂਗੇ ਜਾਂ ਮੈਰਿਜ ਬਿਊਰੋ ਵਾਲਿਆਂ ਦੇ ਧੱਕੇ ਚੜ ਕੇ ਪੈਸੇ ਬਰਬਾਦ ਕਰਾਂਗੇ ਤੇ ਆਪਣੀ ਜ਼ਿੰਦਗੀ ਦੇ ਉੱਪਰ ਜਿਹੜਾ ਦਾ ਵੱਡਾ ਲਾ ਕੇ ਫਿਰ ਜ਼ਿੰਦਗੀ ਨੂੰ ਖਰਾਬ ਕਰਾਂਗੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।